ਵਿਦੇਸ਼ ਜਾ ਕੇ ਵਸਣ ਦਾ ਚਾਅ ਵੱਧ ਰਿਹਾ ਹੈ ਤੇ ਇਸੇ ਦੇ ਚਲਦੇ ਅਨੇਕਾਂ ਮਾਮਲੇ ਸਾਹਮਣੇ ਆ ਰਹੇ ਨੇ। ਬਾਹਰ ਚਲੀ ਗਈ ਤੇ ਸਾਡਾ ਪੁੱਤ ਆ ਤੇ ਉਹ ਵਿਚਾਰਾ ਇੱਥੇ ਦਿਨੇ ਰਾਤ ਦੁਖੀ ਰਹਿੰਦਾ ਤੇ ਅਸੀਂ ਤਾਂ ਉਹਦੀ ਧਿਆਨ ਰੱਖਦੇ ਰਹਿੰਦੇ ਆ ਕਿਤੇ ਕਿਸੇ ਗੱਲ ਤੇ ਸੋਚ ਚ ਕਿਸੇ ਚ ਉਰੇ ਪਰੇ ਨਾ ਕਰ ਲਵੇ ਕੁਛ। ਤੇ ਉਸ ਤੋਂ ਬਾਅਦ ਉਹ ਸਾਡੇ ਨਾਲ ਗੱਲਬਾਤ ਘੱਟ ਕਰਦੀ ਹੈ, ਹੌਲੀ ਹੌਲੀ ਕਰਕੇ ਉਹਨੇ ਸਾਡੇ ਨੰਬਰ ਸਾਰੇ ਬਲੌਕ 'ਚ ਪਾ ਦਿੱਤੇ। ਹਾਂਜੀ, ਸਾਡੇ ਕੋਲ ਸਾਰੇ ਪ੍ਰੂਫ ਹੈਗੇ ਨੇ। ਅਸੀਂ 32 ਤੋਂ 33 ਲੱਖ ਰੁਪਇਆ ਲਾਇਆ ਜੀ ਸਾਰਾ। ਤੁਹਾਡੀਆਂ ਅੱਖਾਂ 'ਚ ਹੰਝੂ ਕਿਉਂ ਨੇ? ਹੰਝੂ ਤਾਂ ਦੁੱਖ ਆਉਂਦਾ, ਇੱਕ ਮੁੰਡੇ ਦੀ ਜ਼ਿੰਦਗੀ ਖਰਾਬ ਹੋ ਗਈ। ਇਹ ਅਕਤੂਬਰ 'ਚ ਕਿਹਾ ਸੀ ਕਿ ਮੈਂ ਨਵੰਬਰ 'ਚ ਜਾਊਂਗੀ ਇੰਡੀਆ। ਅਕਤੂਬਰ 'ਚ ਕਿਹਾ ਸੀ, ਕਹਿੰਦੀ ਮੈਂ ਆ ਜਾਊਂਗੀ ਨਵੰਬਰ ਦੇ ਵਿੱਚ ਇੰਡੀਆ। 20 ਨਵੰਬਰ ਨੂੰ ਮੈਂ ਇੰਡੀਆ ਆ ਜਾਊਂਗੀ। ਆਖਰੀ ਗੱਲ ਤੁਹਾਡੀ ਇਹ ਹੋਈ ਹੈ, ਉਸ ਤੋਂ ਬਾਅਦ ਉਹਨੇ ਬਲੌਕ ਕਰ ਦਿੱਤਾ? ਹਾਂਜੀ, ਆਖਰੀ ਗੱਲ ਇਹੋ ਹੋਈ ਹੈ ਜੀ। ਬਾਅਦ 'ਚ ਉਹਨੇ ਨੰਬਰ ਸਾਡੇ ਸਾਰੇ ਬਲੌਕ ਕਰ ਦਿੱਤੇ। ਇਹ ਜਿਹੜਾ ਤੁਸੀਂ ਮੈਨੂੰ ਨੰਬਰ ਦਿੱਤਾ ਹੈ, ਇਹ ਕਿਹਦਾ ਨੰਬਰ ਹੈ? ਇਹ ਉਹਦੇ ਲੜਕੀ ਦੇ ਭਰਾ ਦਾ ਹੋਊਗਾ ਜੀ, ਮਨਜੋਤ ਸਿੰਘ। ਅੱਛਾ, ਇਹ ਨੰਬਰ ਬਦਲਿਆ ਹੋਇਆ? ਕਾਲ ਕੀਤਾ ਗਿਆ ਨੰਬਰ ਵਰਤੋਂ ਵਿੱਚ ਨਹੀਂ ਹੈ। ਉਹ ਵੀ ਨੰਬਰ ਬਦਲਿਆ ਹੋਇਆ? ਬਿਲਕੁਲ ਬਹੁਤ ਵਧੀਆ ਤਰੀਕੇ ਨਾਲ ਰਹੇ 3 ਮਹੀਨੇ ਹੀ। ਉਸ ਤੋਂ ਬਾਅਦ ਪਤਾ ਨਹੀਂ ਕੀ ਹੈ। ਗੱਲ ਨਹੀਂ ਹੋਈ ਤੁਹਾਡੀ ਉਸ ਤੋਂ ਬਾਅਦ? ਬਾਕੀ 20 ਕਿੱਲੇ ਜ਼ਮੀਨ ਮੈਂ ਠੇਕੇ ਤੇ ਲੈ ਕੇ ਵੇਚਦਾ ਰਿਹਾ ਜੀ। ਇੱਕ ਮੇਰੀ ਡੇਅਰੀ ਸੀ, 15-16 ਮੱਝਾਂ ਸੀ, ਜਿਹਦੇ ਵਿੱਚ ਕੁਝ ਮੱਝਾਂ ਵੇਚ ਗਏ। ਤੁਹਾਨੂੰ ਤਲਾਕ ਤੇ ਕਾਗਜ਼ ਭੇਜੇ ਹੋਏ ਨੇ, ਅਸੀਂ ਹੁਣੇ ਦੇਖੇ। ਹਾਂਜੀ ਹਾਂਜੀ, ਉਹਨਾਂ ਤਲਾਕ ਦੇ ਕਾਗਜ਼ ਪਿਛਲੀ ਅਗਸਤ ਦੇ ਵਿੱਚ ਉਹਨਾਂ ਤਲਾਕ ਦੇ ਕਾਗਜ਼ ਲਾ ਦਿੱਤੇ। ਜਦੋਂ ਆਖਰੀ ਫੀਸ ਦਾ ਆਖਰੀ ਇੰਸਟਾਲਮੈਂਟ? ਹਾਂਜੀ, ਜਦੋਂ ਸਾਰਾ ਕੁਝ ਪ੍ਰਕਿਰਿਆ ਖਤਮ ਹੋ ਗਈ, ਫੀਸ ਵਾਲੀ ਜੋ ਵੀ ਕੁਝ, ਉਦੋਂ ਬਾਅਦ ਦੇ ਵਿੱਚ ਮਾਂ ਪਿਓ ਦੀ ਜਿੱਦਾਂ ਕਹਿ ਲਈਏ ਸਹਿਮਤੀ ਨਾਲ ਅਸੀਂ ਤਾਂ ਇਹ ਸਮਝਦੇ ਵੀ ਇਹ ਕੁਝ ਹੋਇਆ, ਜੋ ਵੀ ਕੁਝ ਹੋਇਆ। ਬਿਲਕੁਲ ਜੀ, ਇਹ ਧੰਦਾ ਬਣ ਚੁੱਕਾ। ਵੇਖੋ, ਧੀਆਂ ਸਾਰਿਆਂ ਦੀਆਂ ਨੇ, ਪਰ ਇਹ ਬਹੁਤ ਮਾੜੀ ਗੱਲ ਤੇ ਸ਼ਰਮ ਵਾਲੀ ਗੱਲ ਆ ਵੀ ਜਦੋਂ ਧੀਆਂ ਦੇ ਮਾਪੇ ਇਹ ਕੁਝ ਕਰਨ ਲੱਗ ਪਣ ਜਾਂ ਧੀਆਂ ਇਹ ਕਰਨ ਲੱਗ ਪਣ, ਮਗਰ ਫਿਰ ਕੀ ਰਹਿ ਜਾਂਦਾ ਜੀ। ਐਦਾਂ ਮਿਹਨਤ ਕਰਕੇ ਕੁਝ ਪੈਸੇ ਇਕੱਠੇ ਕਰਕੇ ਉੱਥੋਂ ਫੜ ਕਰਕੇ ਤੇ ਉਹ ਲੜਕੀ ਦੀਆਂ ਫੀਸਾਂ ਤਾਰੀਆਂ, ਸਭ ਕੁਝ ਆਪਦੀਆਂ ਰੀਝਾਂ। ਇੱਕ ਹੀ ਲੜਕਾ ਤੇ ਰੀਝਾਂ ਲਾਈਆਂ, ਪਰ ਉਹ ਰੀਝਾਂ ਤੇ ਪਾਣੀ ਫਿਰ ਗਿਆ ਹੈ। ਤੁਹਾਨੂੰ ਏਦਾਂ ਕਦੀ ਲੱਗਿਆ ਕਿ ਦਿਲਪ੍ਰੀਤ ਦੇ ਤੇ ਤੁਹਾਡੇ ਨੂੰਹ ਦੇ ਵਿੱਚ ਕੁਝ ਠੀਕ ਨਹੀਂ ਚੱਲ ਰਿਹਾ? ਨਹੀਂ ਜੀ, ਬਿਲਕੁਲ ਵਧੀਆ ਚੱਲਦਾ ਹੈ। ਜੋ ਕਰਾਇਆ ਜੀ ਲੜਕੀ ਦੀ ਮਾਂ ਨੇ ਕਰਾਇਆ, ਬਸ ਕੋਈ ਸਮਝਾਇਆ ਨਹੀਂ। 10 ਦਿਨਾਂ ਬਾਅਦ ਅਸੀਂ ਫਿਰ ਗਏ ਜੀ ਤੇ ਸਾਨੂੰ ਆਂਦੇ ਨਹੀਂ ਜੀ, ਅਸੀਂ ਨਹੀਂ ਤੁਹਾਡੇ ਨਾਲ ਕੋਈ ਨਾਤਾ ਵੇਤਾ ਰੱਖਣਾ। ਤੁਸੀਂ ਆਪਦੇ ਘਰੇ ਜਿੱਥੇ ਤੁਹਾਡਾ ਜ਼ੋਰ ਲੱਗਦਾ ਉਹਦਾ ਲਾਓ, ਨਾ ਸਾਡੀ ਕੁੜੀ ਤੁਹਾਡੇ ਘਰੇ ਅੱਜ ਆਵੇ ਨਾ ਕੱਲ੍ਹ ਆਵੇ। ਤੁਹਾਡੀ ਕੀ ਮੰਗ ਹੈ? ਤੁਹਾਨੂੰ ਪੈਸੇ ਵਾਪਸ ਚਾਹੀਦੇ ਨੇ ਕਿ ਨੂੰਹ ਵਾਪਸ ਆਵੇ? ਨੂੰਹ ਵਾਪਸ ਚਾਹੀਦੀ ਜੀ ਸਾਨੂੰ। ਪਰ ਜੇ ਆਉਣਾ ਹੀ ਨਹੀਂ ਚਾਹੁੰਦੀ, ਜੋ ਵਸਣਾ ਹੀ ਨਹੀਂ ਚਾਹੁੰਦੀ? ਨਹੀਂ ਜੀ, ਉੱਥੋਂ ਭਾਵੇਂ ਡਿਪੋਰਟ ਹੋਵੇ, ਕੁਛ ਹੋਵੇ ਜੀ, ਅਸੀਂ ਆਨੇ ਵੀ ਬਸ ਆਉਣਾ ਚਾਹੀਦਾ ਜੀ। ਇਹ ਮੇਰੀ ਸੱਸ ਕਸ਼ਮੀਰ ਕੌਰ ਨੇ, ਉਹਨਾਂ ਹੀ ਸਾਰਾ ਕੁਝ ਕੀਤਾ ਜੀ। ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਉਹਨਾਂ ਦੇ। 2 ਮਹੀਨੇ ਮੈਂ ਮੈਨੂੰ ਸਮਝ ਨਹੀਂ ਲੱਗਦੀ ਮੈਂ ਕਰਾਂ ਤੇ ਕਰਾਂ ਕੀ, ਕਹਿਣ ਨੂੰ ਜਾਵਾਂ ਕੁਛ ਕਰਾਂ। ਅਸੀਂ ਮਿਹਨਤਾਂ ਵੀ ਕੀਤੀਆਂ ਉੱਥੇ ਜਾ ਕੇ ਕਿ ਤੁਸੀਂ ਇੰਝ ਨਾ ਕਰੋ। ਉਹਨਾਂ ਅੱਗੋਂ ਜਵਾਬ ਵੀ ਦਿੱਤੇ, ਕਹਿੰਦੇ ਜਾਓ ਕੁਛ ਕਰ ਲਓ, ਸਾਡੀ ਕੁੜੀ ਪੱਕੇ ਭਾਂਡੇ ਪੈ ਗਈ। ਇਹ ਨਹੀਂ ਸਾਨੂੰ ਸਮਝਾਈ ਕਿਹੜੇ ਪੱਕੇ ਭਾਂਡੇ ਪੈ ਗਏ। ਤੁਸੀਂ ਜੋ ਲੱਗਦਾ ਡਿਪੋਰਟ ਹੁੰਦੀ ਡਿਪੋਰਟ ਕਰਾ ਲਓ, ਕੁਛ ਹੁੰਦਾ ਕੁਛ ਕਰਾ ਲਓ। ਸੁਪਨੇ ਤਾਂ ਬਹੁਤ ਲੰਮੇ ਸੀ, ਪਰ ਉਹਨੇ ਸਾਰਾ ਪਾਣੀ ਪੀ ਦਿੱਤਾ। ਮੈਨੂੰ ਲੱਗਦਾ ਕੁੜੀ ਵਾਲਿਆਂ ਨੂੰ ਤਾਂ ਅਹਿਸਾਨਮੰਦ ਰਹਿਣਾ ਚਾਹੀਦਾ ਸੀ ਕਿ ਮੁੰਡੇ ਵਾਲਿਆਂ ਨੇ ਧੇਲਾ ਨਹੀਂ ਲਵਾਇਆ ਉਹਨਾਂ ਉਹ ਤਾਂ ਜੀ ਸਾਡੇ ਨਾਲ ਵੀ ਉਦੋਂ ਨਾਲ ਜ਼ਿਆਦਾ ਜਿੱਦਣ ਤੇ ਇੱਧਰ ਕੀਤਾ, ਸਾਡੇ ਨਾਲ ਤਾਂ ਦੁਸ਼ਮਣੀਆਂ, ਸਾਡੇ ਤਾਂ ਪਰਚੇ ਕਰਾਉਂਦੇ ਫਿਰਦੇ। ਜੋ ਕੋਈ ਮਾਂ ਪਿਓ ਹੈ, ਸਭ ਤੋਂ ਵੱਡੇ ਮੋਢੀ ਮਾਂ ਪਿਓ। ਇਹ ਵਿਆਹ ਨਾ ਰਹਿ ਕੇ ਹੁਣ ਸੌਦੇ ਬਣ ਗਏ। ਸੌਦੇ ਬਣ ਗਏ। ਇਹ ਮਾੜੀਆਂ ਨੀਤੀਆਂ ਨਾ ਕਰੋ। ਬੱਚੇ ਜੇ ਗਲਤੀ ਕਰਦਾ ਤਾਂ ਬੱਚੇ ਨੂੰ ਸਮਝਾਉਣ ਦਾ ਮਾਂ ਪਿਓ ਦਾ ਹੱਕ ਹੈ। ਤੇ ਜੇ ਮਾਂ ਪਿਓ ਹੀ ਬੇਈਮਾਨ ਹੋ ਜਾਏ ਵੀ ਮੈਂ ਇਹਨੂੰ ਪੈਸੇ ਲੈ ਲਾਂ, ਗਾਂ ਵੇਚ ਲਾਂ ਕੁੜੀ। ਮੈਂ ਤਾਂ ਕਹਿੰਦਾ ਜੀ ਪਹਿਲੇ ਨੰਬਰ ਤੇ ਮੈਨੂੰ ਘਰ ਵਾਲੀ ਚਾਹੀਦੀ ਹੈ। ਜੇ ਉਹ ਨਹੀਂ ਹੋਣਾ ਚਾਹੁੰਦੀ ਤੇ ਉਹਨੂੰ ਡਿਪੋਰਟ ਦਾ ਕੀਤਾ ਜਾਵੇ। ਕਿਵੇਂ ਸਰਕਾਰ ਉਧਰਲੀ ਨੂੰ ਮੇਰੀ ਬੇਨਤੀ ਹੈ ਕਹਿਣੀ। ਪੈਸੇ ਨਹੀਂ ਚਾਹੀਦੇ ਮੈਨੂੰ ਪੈਸੇ ਦੀ ਕੋਈ ਲੋੜ ਨਹੀਂ। ਇਹਨਾਂ ਕੋਲ ਵੀ ਫਿਲਹਾਲ ਉਹ ਨੰਬਰ ਨਹੀਂ ਹੈਗੇ। ਤੁਹਾਡੇ ਕੋਲ ਹੈਗੇ ਨੇ? ਤੁਸੀਂ ਵਿੱਚੋਂ ਬਦਲ ਲੈਣੇ ਸਾਰੇ ਨੰਬਰ ਉਹ ਘਰ ਵੀ ਬਦਲ ਲਏ? ਘਰ ਵੀ ਬਦਲਣੇ, ਘਰ ਵੀ ਵੇਚ ਕੇ, ਪੈਲੀ ਵੇਚ ਕੇ ਸਾਰਾ। ਡੇਲੀ ਪੋਸਟ ਪੰਜਾਬੀ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਸੁਮਨ ਜੇਟਲੀ ਸਵਾਗਤ ਕਰਦੀ ਹਾਂ। ਪਿਛਲੇ ਲੰਮੇ ਸਮੇਂ ਤੋਂ ਪੰਜਾਬੀਆਂ ਦੇ ਵਿੱਚ ਵਿਦੇਸ਼ ਜਾ ਕੇ ਵਸਣ ਦਾ ਚਾਅ ਵੱਧ ਰਿਹਾ ਹੈ ਤੇ ਇਸੇ ਦੇ ਚਲਦੇ ਅਨੇਕਾਂ ਮਾਮਲੇ ਸਾਹਮਣੇ ਆ ਰਹੇ ਨੇ, ਠੱਗੀਆਂ ਦੇ, ਧੋਖਾਧੜੀ ਦੇ। ਬਹੁਤ ਵਾਰ ਅਸੀਂ ਦੇਖਦੇ ਹਾਂ ਕਿ ਮੁੰਡੇ ਦਾ ਪਰਿਵਾਰ ਕੁੜੀ ਨੂੰ ਆਇਲਸ ਕਰਵਾਉਂਦਾ ਹੈ, ਕੁੜੀ ਦੀ ਫੀਸ ਦਾ ਖਰਚਾ ਚੁੱਕਦਾ ਹੈ, ਟਿਕਟ ਤੱਕ ਦਾ ਖਰਚਾ ਚੁੱਕਦਾ ਹੈ। ਨੂੰਹਾਂ ਨੂੰ ਬਾਹਰ ਭੇਜ ਦਿੱਤਾ ਜਾਂਦਾ ਇਸ ਆਸ ਦੇ ਨਾਲ ਕਿ ਕੁਝ ਸਮੇਂ ਬਾਅਦ ਉਹਨਾਂ ਦਾ ਪੁੱਤਰ ਵੀ ਵਿਦੇਸ਼ ਚਲਾ ਜਾਏਗਾ, ਉੱਥੇ ਜਾ ਕੇ ਪਰਿਵਾਰ ਜਿਹੜਾ ਹੈ ਉਹ ਇੱਕ ਚੰਗਾ ਜੀਵਨ ਬਤੀਤ ਕਰੇਗਾ। ਪਰ ਇਸੇ ਦੇ ਚਲਦੇ ਅਨੇਕਾਂ ਮਾਮਲੇ ਧੋਖਾਧੜੀ ਦੇ ਸਾਹਮਣੇ ਆਏ ਨੇ। ਬਹੁਤ ਸਾਰੇ ਪਰਿਵਾਰਾਂ ਨੇ ਪੈਸੇ ਵੀ ਗਵਾ ਲਏ ਨੇ, ਘਰ ਦੀ ਇੱਜ਼ਤ ਵੀ ਗਵਾ ਲਈ ਹੈ, ਘਰ ਦੀਆਂ ਨੂੰਹਾਂ ਵੀ ਉੱਥੇ ਜਾ ਕੇ ਮੁਕਰ ਜਾਂਦੀਆਂ ਨੇ। ਬਹੁਤ ਸਾਰੇ ਮਾਮਲੇ ਸੋਸ਼ਲ ਮੀਡੀਆ ਤੇ ਸਾਹਮਣੇ ਆ ਚੁੱਕੇ ਨੇ, ਕਈ ਮਾਮਲੇ ਹਲੇ ਸਾਹਮਣੇ ਨਹੀਂ ਆਏ। ਹੌਲੀ ਹੌਲੀ ਲੋਕ ਅੱਗੇ ਆ ਰਹੇ ਨੇ, ਆਪੋ ਆਪਣੀ ਕਹਾਣੀ ਸਾਂਝੀ ਕਰ ਰਹੇ ਨੇ। ਇਸੇ ਦੇ ਚਲਦੇ ਮੱਖੂ ਦੇ ਲਾਗੇ ਇੱਕ ਪਿੰਡ ਹੈ ਜਿੱਥੇ ਅਸੀਂ ਆਏ ਹੋਏ ਹਾਂ। ਦਿਲਪ੍ਰੀਤ
ਨਾਮ ਦਾ ਨੌਜਵਾਨ ਮੇਰੇ ਨਾਲ ਮੌਜੂਦ ਹੈ। ਦਿਲਪ੍ਰੀਤ ਨੇ ਸਾਡੇ ਨਾਲ ਕੰਟੈਕਟ ਕੀਤਾ ਹੈ। ਹੱਥਾਂ ਦੇ ਵਿੱਚ ਅੱਜ ਅਨੇਕਾਂ ਪਰਿਵਾਰ ਕੁਝ ਕਾਗਜ਼ ਫੜ ਕੇ ਬੈਠੇ ਹੋਏ ਨੇ। ਜਿਹੜੇ ਨੌਜਵਾਨ ਨੇ, ਮੁੰਡੇ ਨੇ, ਉਹ ਆਪਣੇ ਵਿਆਹ ਦੀਆਂ ਐਲਬਮਸ ਜਿਹੜੀਆਂ ਨੇ, ਤਸਵੀਰਾਂ ਫੜ ਕੇ ਬੈਠੇ ਹੋਏ ਨੇ ਤੇ ਸਰਕਾਰਾਂ ਨੂੰ ਇਹ ਗੁਹਾਰ ਲਗਾ ਰਹੇ ਨੇ ਕਿ ਸਾਡੇ ਨਾਲ ਧੋਖਾਧੜੀ ਹੋਈ ਹੈ, ਸਾਡੇ ਨਾਲ ਠੱਗੀ ਹੋਈ ਹੈ। 32 ਲੱਖ ਰੁਪਇਆ ਇਸ ਪਰਿਵਾਰ ਨੇ ਲਗਾ ਦਿੱਤਾ ਸੀ। 32 ਲੱਖ ਲਗਾ ਕੇ ਘਰ ਦੀ ਨੂੰਹ ਨੂੰ ਕੈਨੇਡਾ ਭੇਜਿਆ ਤੇ ਫਿਰ ਨੂੰਹ ਨੇ ਜਦੋਂ ਪੁੱਤ ਨੂੰ ਬਾਹਰ ਬੁਲਾਉਣਾ ਸੀਗਾ, ਜਦੋਂ ਦਿਲਪ੍ਰੀਤ ਨੂੰ ਬਾਹਰ ਬੁਲਾਉਣ ਦੀ ਵਾਰੀ ਆਈ ਤਾਂ ਦਿਲਪ੍ਰੀਤ ਨੂੰ ਬਲੌਕ ਕਰ ਦਿੱਤਾ ਗਿਆ। ਇਲਜ਼ਾਮ ਦਿਲਪ੍ਰੀਤ ਨੇ ਲਗਾਏ ਨੇ। ਤਾਂ ਹੋਰ ਜਾਣਕਾਰੀ ਦਿਲਪ੍ਰੀਤ ਤੋਂ ਲੈ ਲੈਂਦੇ ਹਾਂ। ਦਿਲਪ੍ਰੀਤ, ਵਿਆਹ ਕਦੋਂ ਹੋਇਆ ਸੀ ਤੁਹਾਡਾ? ਸਾਡਾ ਵਿਆਹ ਜੁਲਾਈ 7-8 2018 ਨੂੰ ਹੋਇਆ ਜੀ। 2018 ਨੂੰ। ਹਾਂਜੀ। ਉਸ ਤੋਂ ਬਾਅਦ ਕਦੋਂ ਗਈ ਹੈ ਤੁਹਾਡੀ ਵਾਈਫ ਬਾਹਰ? ਮੇਰੀ ਵਾਈਫ 28 ਦਸੰਬਰ 2018 ਨੂੰ ਕੈਨੇਡਾ ਦੇ ਵਿੱਚ ਜਾਂਦੀ ਹੈ ਤੇ 5 ਤੋਂ 6 ਮਹੀਨੇ ਕਰੀਬ ਸਾਡੇ ਘਰੇ ਵਿੱਚ ਰਹੀ ਹੈ। ਵਿਆਹ ਤੋਂ ਬਾਅਦ 6 ਮਹੀਨੇ ਇੱਥੇ ਹੀ ਰਹੀ ਹੈ ਹਾਂਜੀ। ਪਿੰਡ ਦੇ ਵਿੱਚ। 6 ਮਹੀਨੇ ਬਾਅਦ ਕੈਨੇਡਾ ਚਲੀ। ਹਾਂਜੀ, 6 ਮਹੀਨੇ ਬਾਅਦ ਕੈਨੇਡਾ ਗਈ ਚਲੀ ਹੈ ਤੇ ਉਹ ਕੈਨੇਡਾ ਗਈ ਚਲੀ 2018 28 ਦਸੰਬਰ ਨੂੰ। ਹਾਂਜੀ, ਬਾਅਦ 'ਚ ਉਹ ਸਾਡੇ ਨਾਲ ਪਾਏ 5-6 ਮਹੀਨੇ 7 ਮਹੀਨੇ ਵਧੀਆ ਗੱਲ ਕਰਦੀ ਆ। ਅਗਸਤ ਦੇ ਵਿੱਚ ਜਦੋਂ ਅਸੀਂ ਅਖੀਰਲੀ ਫੀਸ ਭਰ ਦਿੰਦੇ ਆ ਤੇ ਉਸ ਤੋਂ ਬਾਅਦ ਉਹ ਸਾਡੇ ਨਾਲ ਗੱਲਬਾਤ ਘੱਟ ਕਰਦੀ ਆ। ਹੌਲੀ ਹੌਲੀ ਕਰਕੇ ਉਹਨੇ ਸਾਡੇ ਨੰਬਰ ਸਾਰੇ ਬਲੌਕ 'ਚ ਪਾ ਦਿੱਤੇ। ਤੁਸੀਂ ਕਿੰਨੇ ਪੈਸੇ ਲਗਾਏ ਨੇ ਤੇ ਕਿੰਨੀਆਂ ਇੰਸਟਾਲਮੈਂਟਸ ਗਈਆਂ ਸੀ? ਤੁਹਾਡੇ ਕੋਲ ਦਸਤਾਵੇਜ਼ ਹੈਗੇ ਨੇ, ਉਹ ਪ੍ਰੂਫ ਹੈਗੇ ਨੇ? ਹਾਂਜੀ, ਸਾਡੇ ਕੋਲ ਸਾਰੇ ਪ੍ਰੂਫ ਹੈਗੇ ਨੇ। ਅਸੀਂ 32 ਤੋਂ 33 ਲੱਖ ਰੁਪਇਆ ਲਾਇਆ ਸੀ ਸਾਰਾ। ਹਾਂਜੀ, ਤੇ ਇੱਕ ਫੀਸਾਂ ਵੀ ਹੁੰਦੀਆਂ ਪਰ ਜਾਂ ਵਿਆਹ ਤੇ ਵੀ ਖਰਚਾ ਅਸੀਂ ਸਾਰਾ ਕੀਤਾ ਜੀ। ਵਿਆਹ ਤੇ ਕਿੰਨਾ ਖਰਚਾ ਹੋਇਆ ਸੀ? ਵਿਆਹ ਤੇ 10 ਤੋਂ 12 ਲੱਖ ਰੁਪਇਆ ਖਰਚਾ ਹੋਇਆ ਜੀ। ਦਿਲਪ੍ਰੀਤ, ਏਦਾਂ ਕਿਉਂ ਹੁੰਦਾ ਹੈ? ਕੀ ਲੱਗਦਾ ਹੈ ਕੀ ਕਾਰਨ ਹੈ? ਕੁੜੀ ਉੱਥੇ ਜਾ ਕੇ ਕਿਉਂ ਮੁੱਕਰ ਗਈ ਹੈ? ਕੋਈ ਤਾਂ ਵਜ੍ਹਾ ਹੋਈ ਹੋਏਗੀ, ਕਦੇ ਲੜਾਈ ਹੋਈ ਹੋਣੀ ਹੈ, ਕੋਈ ਮਿਸਅੰਡਰਸਟੈਂਡਿੰਗ ਹੋ ਗਈ ਹੋਣੀ ਹੈ, ਕਿਸੇ ਗੱਲ ਨੂੰ ਲੈ ਕੇ ਵਿਚਾਰ ਵਟਾਂਦਰਾ ਜਦੋਂ ਹੋਇਆ ਹੋਣਾ ਤਾਂ ਭੇਦਭਾਵ ਕੁਝ ਤਾਂ ਹੋਇਆ ਹੋਣਾ। ਨਹੀਂ, ਕੁਛ ਭੇਦਭਾਵ ਨਹੀਂ ਹੋਇਆ ਜੀ। ਫਾਈਲ ਮੇਰੀ ਰਿਫਿਊਜ਼ ਆਈ ਆ ਜੀ 21 ਅਗਸਤ 2018 ਨੂੰ। ਏਜੰਟ ਨਾਲ ਉਹਨੇ ਹੀ ਉਧਰੋਂ ਬਾਹਰੋਂ ਕੈਨੇਡਾ ਤੋਂ ਫਾਈਲ ਅਪਲਾਈ ਕੀਤੀ ਹੈ। ਮੈਂ ਇੱਧਰੋਂ ਕੋਈ ਫਾਈਲ ਨਹੀਂ ਅਪਲਾਈ ਕੀਤੀ ਤੇ ਉਹ ਰਿਫਿਊਜ਼ ਆ ਜਾਂਦੀ ਆ ਤੇ ਮੈਂ ਏਜੰਟ ਉਹ ਆਪੇ ਏਜੰਟ ਨੂੰ ਪੁੱਛਦੀ ਕਿ ਹੁਣ ਅੱਗੇ ਅਸੀਂ ਕੀ ਕਰੀਏ ਤੇ ਉਹ ਕਹਿੰਦਾ ਜੀ ਤੁਹਾਨੂੰ ਇੱਕ ਤਾਂ ਇੰਡੀਆ ਜਾਣਾ ਪੈਣਾ ਕਿ ਤੁਹਾਡੇ ਵਿਆਹ ਤੇ ਐਮਬੈਸੀ ਡਾਊਟ ਫੀਲ ਕਰਦੀ ਆ। ਕਹਿੰਦੀ ਕੋਈ ਨਹੀਂ, ਮੈਂ ਨਵੰਬਰ 20 ਤੋਂ ਲੈ ਕੇ ਚੱਲ ਜੂੰਗੀ ਤੇ ਮੈਂ ਅਖੀਰ ਦਸੰਬਰ ਦੇ ਵਿੱਚ ਫਿਰ ਵਾਪਸ ਆ ਜੂੰਗੀ। ਇਹ ਗੱਲ ਹੁੰਦੀ ਅਕਤੂਬਰ ਦੇ ਵਿੱਚ ਉਹਨੇ 2-3 ਅਕਤੂਬਰ ਨੂੰ ਸਾਡੇ ਨੰਬਰ ਸਾਰੇ ਬਲੌਕ ਕਰਤੇ ਆ ਜੀ। ਇਹ ਅਕਤੂਬਰ ਚ ਕਿਹਾ ਸੀ ਕਿ ਮੈਂ ਨਵੰਬਰ ਚ ਜਾਊਂਗੀ ਇੰਡੀਆ? ਅਕਤੂਬਰ 'ਚ ਕਿਹਾ ਸੀ, ਕਹਿੰਦੀ ਮੈਂ ਆ ਜਾਊਂਗੀ ਨਵੰਬਰ ਦੇ ਵਿੱਚ ਇੰਡੀਆ। 20 ਨਵੰਬਰ ਨੂੰ ਮੈਂ ਇੰਡੀਆ ਆ ਜਾਊਂਗੀ। ਆਖਰੀ ਗੱਲ ਤੁਹਾਡੀ ਇਹ ਹੋਈ ਹੈ? ਉਸ ਤੋਂ ਬਾਅਦ ਉਹਨੇ ਬਲੌਕ ਕਰਤਾ? ਹਾਂਜੀ, ਆਖਰੀ ਗੱਲ ਇਹੋ ਹੋਈ ਹੈ ਜੀ। ਬਾਅਦ 'ਚ ਉਹਨੇ ਨੰਬਰ ਸਾਡੇ ਸਾਰੇ ਬਲੌਕ ਕਰਤੇ। ਪਹਿਲਾਂ ਕਦੀ ਲੜਾਈ ਨਹੀਂ ਹੋਈ? ਕਦੀ ਕਿਸੇ ਗੱਲ ਨੂੰ ਲੈ ਕੇ ਕਲੇਸ਼? ਨਹੀਂ ਜੀ, ਕਦੀ ਵੀ ਨਹੀਂ। ਜਿਉਂ ਵਿਆਹ ਮੈਰਿਜ ਤੋਂ ਲੈ ਕੇ ਜਿਉਂ ਗੱਲਬਾਤ ਕੀਤੀ, ਇੱਕ ਦਿਨ ਨਹੀਂ ਲੜਾਈ ਵਾਲੀ ਗੱਲ ਕੋਈ ਵੀ ਹੋਈ। ਇੱਥੇ ਸਹੁਰਾ ਪਰਿਵਾਰ ਤਾਂ ਇੱਥੇ ਹੀ ਰਹਿੰਦਾ ਤੁਹਾਡੇ ਪਿੰਡ ਦੇ ਲਾਗੇ? ਹਾਂਜੀ, ਸਾਡੇ ਪਿੰਡ ਦੇ ਲਾਗੇ ਗੱਟਾ ਬਾਦਸ਼ਾਹ ਦੇ ਵਿੱਚ ਉਹ ਰਹਿੰਦੇ ਆ ਜੀ। ਪਰ ਹੁਣ ਉਹ ਉੱਥੋਂ ਜਾ ਚੁੱਕੇ, ਸਾਨੂੰ ਨਹੀਂ ਪਤਾ ਉਹ ਕਿੱਥੇ ਗਏ ਆ। ਉਹਨਾਂ ਨਾਲ ਫੋਨ ਤੇ ਸੰਪਰਕ ਹੁੰਦਾ? ਨਹੀਂ ਜੀ, ਕਦੇ ਅੱਜ ਤੱਕ ਨਹੀਂ ਹੋਇਆ। ਜੋ ਉਹਨੇ ਨੰਬਰ ਬਲੌਕ ਕੀਤੇ ਆ ਜੀ, ਨਾ ਉਹਨੇ ਹੀ ਸਾਡੇ ਨਾਲ ਗੱਲ ਕੀਤੀ ਕੋਈ ਵੀ। ਅਤੇ ਉਹ ਹੁਣ ਉੱਥੋਂ ਗਏ ਚਲੇ। ਹੁਣ ਸਾਨੂੰ ਨਹੀਂ ਪਤਾ ਜੀ ਕਿੱਥੇ ਗਏ। ਤੁਹਾਨੂੰ ਤਲਾਕ ਤੇ ਕਾਗਜ਼ ਭੇਜੇ ਹੋਏ ਨੇ, ਅਸੀਂ ਹੁਣੇ ਦੇਖੇ ਨੇ। ਹਾਂਜੀ, ਉਹਨਾਂ ਤਲਾਕ ਦੇ ਕਾਗਜ਼ ਪਿਛਲੀ ਅਗਸਤ ਦੇ ਵਿੱਚ ਉਹਨਾਂ ਤਲਾਕ ਦੇ ਕਾਗਜ਼ ਵੀ ਲਾਤੇ ਹੈ ਜੀ। ਅਤੇ ਬਿਆਨ ਉਹ ਇਹ ਦਿੰਦੇ ਆ ਜੀ ਅਸੀਂ ਕੁੜੀ ਵਸਾਉਣਾ ਚਾਹੁੰਦੇ ਆ, ਪਰ ਉਹ ਤਲਾਕ ਦੇ ਕਾਗਜ਼ ਲਾ ਦਿੱਤੇ ਜੀ। ਤੁਸੀਂ ਚਾਚਾ ਹੀ ਲੱਗਦੇ ਹੋ ਇਹਨਾਂ ਦੇ? ਹਾਂਜੀ, ਮੈਂ ਦਿਲਪ੍ਰੀਤ ਸਿੰਘ ਦਾ ਚਾਚਾ ਜੀ। ਤੁਸੀਂ ਸਿਆਣੇ ਹੋ, ਤੁਸੀਂ ਉਮਰ ਕੱਢਤੀ। ਇੱਕ ਬਹੁਤ ਤਰ੍ਹਾਂ ਦੇ ਲੋਕ ਤੁਸੀਂ ਦੇਖੇ ਹੋਣੇ ਨੇ। ਇੱਕੋ ਵਾਰ ਅਜਿਹੇ ਮਾਮਲਿਆਂ ਦਾ ਹੜ੍ਹ ਆ ਗਿਆ ਹੈ। ਅਨੇਕਾਂ ਮਾਮਲੇ ਸਾਹਮਣੇ ਆ ਰਹੇ ਨੇ। ਕੁੜੀਆਂ ਉੱਥੇ ਜਾ ਕੇ ਬਲੌਕ ਕਰ ਦਿੰਦੀਆਂ ਨੇ। ਲੱਖਾਂ ਰੁਪਏ ਪਰਿਵਾਰਾਂ ਵੱਲੋਂ ਲਗਾਏ ਜਾਂਦੇ ਨੇ ਇਸ ਉਮੀਦ ਦੇ ਨਾਲ ਕਿ ਇੱਕ ਚੰਗਾ ਇੱਕ ਸੁਖੀ ਪਰਿਵਾਰ ਉੱਥੇ ਜਾ ਕੇ ਨੂੰਹ ਪੁੱਤ ਵਸਾ ਲੈਣਗੇ। ਅਜਿਹਾ ਕਿਉਂ ਹੋ ਰਿਹਾ? ਕੀ ਲੱਗਦਾ? ਕੀ ਮਾਨਸਿਕਤਾ ਕੀ ਆ ਰਹੀ ਹੈ? ਦੇਖੋ ਜੀ, ਗੱਲ ਇਹ ਆ ਜੀ, ਬੜਾ ਸੋਹਣਾ ਇਹਨਾਂ ਜੋ ਵੀ ਆਪਸ ਵਿੱਚ ਇਹਨਾਂ ਦਾ ਦੋਵਾਂ ਪਰਿਵਾਰਾਂ ਦੇ ਵਿੱਚ ਬਹੁਤ ਵਧੀਆ ਵਰਤਦੇ ਰਹੇ ਆ। ਮੁੰਡਾ ਲੜਕੀ 6 ਮਹੀਨੇ ਇੱਥੇ ਰਹੀ ਹੈ ਜੀ। ਅਸੀਂ ਕੋਲ ਨਾਲ ਘਰ ਆ। ਅਸੀਂ ਇੱਕ ਦੂਜੇ ਨੂੰ ਵੇਖਦੇ, ਬਹੁਤ ਵਧੀਆ ਪਰਿਵਾਰ ਜ਼ਿੰਦਗੀ ਬਸਰ ਕਰ ਰਿਹਾ ਹੈ। 6 ਮਹੀਨੇ ਇੱਥੋਂ ਕੈਨੇਡਾ ਜਾ ਕੇ ਚੰਗੀ ਅਚਾਨਕ ਪਤਾ ਨਹੀਂ ਲੱਗਾ ਵੀ ਕੀ ਉਹਨਾਂ ਦੇ ਲੜਕੀ ਦੇ ਫਾਦਰ ਮਦਰ ਨੇ ਕੀ ਕਿਹਾ ਕੀ ਨਹੀਂ। ਮਤਲਬ ਜਿੱਦਾਂ ਨੰਬਰ ਬਲੌਕ ਕਰਤੇ, ਗੱਲ ਕਰਨੀ ਛੱਡ ਦਿੱਤੀ। ਲਾਲਚ ਆ ਗਿਆ ਮਨ 'ਚ ਵੀ ਸ਼ਾਇਦ ਅਸੀਂ ਇੱਧਰੋਂ ਲੈ ਲਏ ਪੈਸੇ, ਲੜਕੀਆਂ ਫੀਸਾਂ ਤਰ ਗਈਆਂ ਸਾਰੀਆਂ। ਜਦੋਂ ਫੀਸਾਂ ਤਰੀਆਂ ਬਲੌਕ 'ਚ ਉਦੋਂ ਹੀ ਨੰਬਰ ਪਾਏ ਗਏ ਆ ਵੀ ਮੰਨ ਲਓ ਆਖਰੀ ਫੀਸ ਦਾ ਆਖਰੀ ਇੰਸਟਾਲਮੈਂਟ। ਹਾਂਜੀ, ਜਦੋਂ ਸਾਰਾ ਕੁਝ ਪ੍ਰਕਿਰਿਆ ਖਤਮ ਹੋ ਗਈ, ਫੀਸ ਵਾਲੀ ਜੋ ਵੀ ਕੁਝ, ਉਦੋਂ ਬਾਅਦ ਦੇ ਵਿੱਚ ਮਾਂ ਪਿਓ ਦੀ ਜਿੱਦਾਂ ਕਹਿ ਲਈਏ ਸਹਿਮਤੀ ਨਾਲ ਅਸੀਂ ਤਾਂ ਇਹ ਸਮਝਦੇ ਹਾਂ ਵੀ ਇਹ ਕੁਝ ਹੋਇਆ ਜੋ ਵੀ ਕੁਝ ਹੋਇਆ।
ਇਹ ਧੰਦਾ ਬਣਾ ਲਿਆ। ਤੁਹਾਨੂੰ ਲੱਗਦਾ ਪੰਜਾਬ 'ਚ ਬਹੁਤ ਸਾਰੇ ਪਰਿਵਾਰ ਰੋ ਰਹੇ ਨੇ, ਬਹੁਤ ਸਾਰੇ ਪਰਿਵਾਰ ਗੁਹਾਰ ਲਗਾ ਰਹੇ ਨੇ ਕਿ ਸਾਡੇ ਨਾਲ ਧੱਕਾ ਹੋਇਆ ਹੈ, ਸਾਡੇ ਲੱਖਾਂ ਰੁਪਏ ਠੱਗੇ ਗਏ ਨੇ ਤੇ ਕੁੜੀ ਨੇ ਮੁੰਡੇ ਨੂੰ ਬੁਲਾਇਆ ਵੀ ਨਹੀਂ ਵਿਦੇਸ਼। ਬਿਲਕੁਲ ਜੀ, ਇਹ ਧੰਦਾ ਬਣ ਚੁੱਕਾ। ਵੇਖੋ ਧੀਆਂ ਸਾਰਿਆਂ ਦੀਆਂ ਨੇ, ਪਰ ਇਹ ਬਹੁਤ ਮਾੜੀ ਗੱਲ ਤੇ ਸ਼ਰਮ ਵਾਲੀ ਗੱਲ ਆ ਵੀ ਜਦੋਂ ਧੀਆਂ ਦੇ ਮਾਪੇ ਇਹ ਕੁਝ ਕਰਨ ਲੱਗ ਪਈਆਂ, ਧੀਆਂ ਇਹ ਕਰਨ ਲੱਗ ਪਣ, ਮਗਰ ਫਿਰ ਕੀ ਰਹਿ ਜਾਂਦਾ ਜੀ? ਕੋਈ ਸਭ ਤੇ ਇਸ ਚੀਜ਼ ਦੀ ਉਂਗਲ ਚੁੱਕੀ ਜਾਂਦੀ ਹੈ, ਸਹੀ ਵੀ ਕੋਈ ਉੱਤੇ ਵੀ ਉਂਗਲ ਚੁੱਕੀ ਜਾਂਦੀ ਵੀ ਸ਼ਾਇਦ ਸਾਡੇ ਨਾਲ ਵੀ ਇਹ ਕੁਝ ਨਾ ਹੋਵੇ। ਪਰ ਇਹਨਾਂ ਨੇ ਬਹੁਤ ਜਿੱਦਾਂ ਕਹਿ ਲਈਏ ਜ਼ਮੀਨ ਆਪਦੀ ਕਿੱਲਾ ਇੱਕ ਵੇਚੀ, ਐਦਾਂ ਮਿਹਨਤ ਕਰਕੇ ਕੁਝ ਪੈਸੇ ਇਕੱਠੇ ਕਰਕੇ ਉੱਥੋਂ ਫੜ ਇੱਥੋਂ ਫੜ ਕਰਕੇ ਤੇ ਉਹ ਲੜਕੀ ਦੀਆਂ ਫੀਸਾਂ ਤਾਰੀਆਂ, ਸਭ ਕੁਝ ਆਪਦੀਆਂ ਰੀਝਾਂ, ਇੱਕ ਹੀ ਲੜਕਾ ਹੈ ਤੇ ਰੀਝਾਂ ਲਾਈਆਂ, ਪਰ ਉਹ ਰੀਝਾਂ ਤੇ ਪਾਣੀ ਫਿਰ ਗਿਆ ਹੈ। ਪਹਿਲਾਂ ਇੱਕ ਸਮਾਂ ਹੁੰਦਾ ਸੀ, ਇੱਕ ਦੌਰ ਹੁੰਦਾ ਸੀ ਜਦੋਂ ਕੁੜੀ ਦੇ ਪਰਿਵਾਰ ਤੋਂ ਦਹੇਜ ਦੀ ਮੰਗ ਕੀਤੀ ਜਾਂਦੀ ਸੀ, ਲੱਖਾਂ ਰੁਪਏ ਮੰਗੇ ਜਾਂਦੇ ਸੀ ਤੇ ਬਾਅਦ ਦੇ ਵਿੱਚ ਵੀ ਕੁੜੀ ਨੂੰ ਤੰਗ ਕੀਤਾ ਜਾਂਦਾ ਸੀ ਕਿ ਹੋਰ ਦਹੇਜ ਲੈ ਕੇ ਆ ਜਿਹੜਾ ਹੁਣ ਦਾ ਸਮਾਂ, ਹੁਣ ਦਾ ਦੌਰ ਹੈ, ਅਨੇਕਾਂ ਕਹਾਣੀਆਂ ਅਜਿਹੀਆਂ ਨੇ ਕਿ ਮੁੰਡੇ ਤੋਂ ਲੱਖਾਂ ਰੁਪਏ ਲੈ ਕੇ ਕੁੜੀ ਬਾਹਰ ਚਲੀ ਜਾਂਦੀ ਹੈ ਤੇ ਮੁੰਡੇ ਨੂੰ ਬੁਲਾਉਂਦੀ ਵੀ ਨਹੀਂ ਹੈ, ਪਰਿਵਾਰ ਨੂੰ ਬੁਲਾਉਂਦੀ ਵੀ ਨਹੀਂ ਹੈ, ਰਿਸ਼ਤਾ ਤੋੜ ਦਿੱਤਾ ਜਾਂਦਾ ਹੈ, ਜਿਵੇਂ ਹੁਣ ਡਿਵੋਰਸ ਦੇ ਕਾਗਜ਼ਾਤ ਭੇਜ ਦਿੱਤੇ ਗਏ ਨੇ। ਵੇਖੋ ਜੀ, ਗੱਲ ਇਸ ਚੀਜ਼ ਤੇ ਮਨ ਕਿਸੇ ਦੇ ਦਿਲ ਦਾ ਕੁਛ ਨਹੀਂ ਕੋਈ ਕਹਿ ਸਕਦਾ ਵੀ ਕਿਸੇ ਦੇ ਮਨ 'ਚ ਦੁਨੀਆ ਵਧੀਆ ਤੋਂ ਵਧੀਆ ਵੀ ਬਹੁਤ ਵਧੀਆ ਰਿਸ਼ਤੇ ਵੀ ਨਿਭਦੇ ਨੇ, ਪਰ ਕਿਸੇ ਦੇ ਮਨ ਦੇ ਅੰਦਰ ਬੇਈਮਾਨੀ ਕੋਈ ਆ ਜਾਂਦੀ ਹੈ, ਉਸ ਗੱਲ ਦਾ ਆਪਾਂ ਕੀ ਕਹਿ ਸਕਦੇ ਹਾਂ। ਪਰ ਗੱਲਾਂ ਮਾੜੀਆਂ ਨੇ, ਜੋ ਵੀ ਕੁਝ ਹੋ ਰਿਹਾ ਹੈ ਅੱਜ ਕੱਲ੍ਹ ਮਹਿੰਗਾਈ ਦਾ ਦੌਰ ਆ ਜੀ। ਵੇਖੋ ਪੈਸਾ ਕਿਤਿਓਂ ਫੜਦਾ, ਕਿਤਿਓਂ ਫੜ ਕੇ ਦਿਲਪ੍ਰੀਤ ਦੇ ਫਾਦਰ ਮਦਰ ਨੇ ਵੀ ਇਹੋ ਚਾਅ ਪੂਰੇ ਕੀਤੇ ਵੀ ਤਾਂ ਬੱਚਾ ਸਾਡਾ ਜ਼ਿੰਦਗੀ ਜਿਹੜੀ ਸੋਹਣੀ ਬਸਰ ਕਰੇ, ਪਰ ਉਹ ਰੀਝਾਂ ਤੇ ਪਾਣੀ ਫਿਰ ਗਿਆ। ਉਹਨਾਂ ਦੇ ਮਾਂ ਪਿਓ ਨੇ ਜੋ ਵੀ ਕੁਛ ਆ ਮਤਲਬ ਉਹ ਸਾਰੀ ਸਹਿਮਤੀ ਨਾਲ, ਮੈਂ ਇੱਕ ਦੋ ਵਾਰ ਉਹਨਾਂ ਦੇ ਫਾਦਰ ਸਾਹਿਬ ਨਾਲ ਵੀ ਗੱਲ ਕੀਤੀ, ਫਿਰੋਜ਼ਪੁਰ ਅਸੀਂ ਇਕੱਠੇ ਹੋਏ ਤੇ ਫਾਦਰ ਸਾਹਿਬ ਨੇ ਕਿਹਾ ਆ ਜਿਓ, ਕੋਈ ਨਹੀਂ ਕਰ ਲੈ। ਮੈਂ ਉਹਨਾਂ ਦੇ ਪਿੰਡ ਗਿਆ ਜੀ, ਮੈਂ ਜੀ ਇਦਾਂ ਨਾ ਕਰੀਏ, ਦੋ ਪਰਿਵਾਰ ਇਹ ਸੋਹਣੇ ਤਰੀਕੇ ਨਾਲ ਤੁਸਾਂ ਆਪਾਂ ਵਿਆਹ ਕੀਤਾ ਸਭ ਕੁਝ, ਪਰ ਉਹਨੇ ਸਾਨੂੰ ਵੀ ਜਿੱਦਾਂ ਜਲੀਲ ਕਰਕੇ ਮੋੜਿਆ ਤੇ ਬੇਈਮਾਨੀ, ਬਿਲਕੁਲ ਮਾਂ ਪਿਓ ਦੀ ਬੇਈਮਾਨੀ ਧੀ ਦੇ ਨਾਲ ਰਲੇ ਹੋਏ ਆ। ਧੀ ਵੀ ਬੇਈਮਾਨ ਹੈ। ਵੇਖੋ ਜੀ, ਜੇ ਧੀ ਸਹਿਮਤ ਹੋਵੇ ਤੇ ਫਿਰ ਮੁੰਡੇ ਨਾਲ ਗੱਲ ਕਰੇ ਜੀ। ਇਸ ਤੋਂ ਤੇ ਇਹੋ ਹੀ ਹੈ ਵੀ ਜੋ ਕੁਝ ਮਾਂ ਪਿਓ ਕਹਿੰਦਾ ਬੇਈਮਾਨੀ ਲਾਲਚ ਆ ਗਿਆ ਵੀ ਸਾਡੀ ਧੀ ਦੇ ਪੈਸੇ ਲੱਗੇ। ਫੋਨ ਵੇਖੋ ਉਸ ਦਿਨ ਹੀ ਕੱਟਿਆ ਗਿਆ ਹੈ, ਬਲੌਕ 'ਚ ਉਦੋਂ ਹੀ ਕੀਤਾ ਗਿਆ ਹੈ। ਨਹੀਂ, ਤੁਹਾਨੂੰ ਕੀ ਲੱਗ ਰਿਹਾ ਕਿ ਉਹ ਮਾਪਿਓ ਦੇ ਕਹਿਣ ਤੇ ਇਦਾਂ ਕਰ ਰਹੀ ਕਿ ਉਹਦੇ ਆਪਣੇ ਮਨ 'ਚ ਵੀ ਚੋਰ ਹੈ? ਵੇਖੋ ਜੀ, ਮਾਂ ਪਿਓ ਜੇ ਚਾਹੁੰਦਾ ਤੇ ਉਹ ਤਾਂ ਅੱਜ ਤੱਕ ਆਪਦੇ ਜਵਾਈ ਨਾਲ ਵਰਤਦਾ, ਜਾਂ ਉਹ ਇਸ ਚੀਜ਼ ਨੂੰ ਇਹ ਸਾਬਤ ਕਰਦੇ ਆ ਵੀ ਜਦੋਂ ਲੜਕੀ ਨੇ ਫੀਸ ਤਰ ਗਈ, ਬਲੌਕ 'ਚ ਨੰਬਰ ਪਾ ਦਿੱਤੇ ਤੇ ਮਾਂ ਪਿਓ ਨੇ ਵੀ ਰਾਬਤਾ ਉਦੋਂ ਤੋੜ ਲਿਆ। ਇਸ ਚੀਜ਼ ਜਦੋਂ ਆਪਣਾ ਮਤਲਬ ਪੂਰਾ ਇਸ ਤੋਂ ਇਹ ਸਿੱਧ ਹੁੰਦਾ ਹੈ ਵੀ ਮਾਂ ਪਿਓ ਦੀ ਮਿਲੀ ਭੁਗਤ ਆ। ਪਰਿਵਾਰ ਆਪ ਛੱਡ ਕੇ ਆਇਆ ਸੀ 에ਅਰਪੋਰਟ ਕੁੜੀ ਨੂੰ ਨੂੰ ਹਾਂਜੀ, ਮਤਲਬ ਦਿੱਲੀ ਤੱਕ ਲੜਕਾ ਨਾਲ ਗਿਆ, ਸਹੁਰਾ ਸਾਹਿਬ ਗਏ, ਇਹਦੇ ਫਾਦਰ ਦਾ ਵੀਜ਼ਾ ਲੱਗਾ ਹੋਇਆ ਜੀ ਦਿਲਪ੍ਰੀਤ ਦਾ, ਕਿਉਂ ਸਿਸਟਰ ਦੀ ਪਹਿਲਾਂ ਉੱਥੇ ਕੈਨੇਡਾ 'ਚ ਆਈ। ਸਹੁਰਾ ਸਾਹਿਬ ਲੜਕੀ ਦੇ ਇਹਦੇ ਦਿਲਪ੍ਰੀਤ ਦੇ ਡੈਡੀ ਕੈਨੇਡਾ ਇਸ ਤਰੀਕੇ ਨਾਲ ਚਾਅ ਦੇ ਨਾਲ ਛੱਡਣ ਗਏ ਜਿਵੇਂ ਕੋਈ ਇੱਥੇ ਲਾਗੇ ਮੋਗੇ ਜਾਣਾ ਹੋਵੇ। ਫਿਰ ਉੱਥੇ 2-3 ਮਹੀਨੇ ਦਿਲਪ੍ਰੀਤ ਦਾ ਫਾਦਰ ਉੱਥੇ ਰਹਿ ਕੇ ਵੀ ਆਇਆ। ਉਸ ਤੋਂ ਬਾਅਦ 3 ਮਹੀਨੇ ਬਾਅਦ ਪਤਾ ਨਹੀਂ ਕੀ ਮਨ 'ਚ ਆਉਂਦਾ, ਬਲੌਗ 'ਚ ਪਾਇਆ ਜਾਂਦਾ ਤੇ ਰਿਸ਼ਤਾ ਨਾਤਾ ਤੋੜਿਆ ਜਾਂਦਾ। ਤੁਸੀਂ ਜਾ ਕੇ ਕੈਨੇਡਾ ਜਾ ਕੇ ਛੱਡ ਕੇ ਆਏ ਸੀ ਨੂੰਹ ਨੂੰ? ਬਿਲਕੁਲ ਜੀ, ਕੈਨੇਡਾ ਛੱਡ ਇੰਨਾ ਕੇ ਚਾਹ ਸੀਗਾ ਕਿ ਨੂੰਹ ਕੈਨੇਡਾ ਚੱਲੀ। ਉੱਥੇ ਜਾ ਕੇ ਕੀ ਹੋਇਆ ਸੀ ਫਿਰ? ਕੁਛ ਨਹੀਂ ਜੀ, ਵਧੀਆ ਰਹੇ ਜੀ ਅਸੀਂ, ਬਹੁਤ ਵਧੀਆ ਤਰੀਕੇ ਨਾਲ ਰਹੇ 3 ਮਹੀਨੇ ਹੀ। ਉਸ ਤੋਂ ਬਾਅਦ ਪਤਾ ਨਹੀਂ ਕੀ ਹੈ, ਗੱਲ ਨਹੀਂ ਹੋਈ ਤੁਹਾਡੀ ਉਸ ਤੋਂ ਬਾਅਦ? ਨਾ। ਕੀ ਆਇਆ ਤੁਹਾਡੇ ਮਨ ਦੇ ਵਿੱਚ ਉਦੋਂ ਜਦੋਂ ਧੋਖਾ ਹੋਇਆ, ਪਤਾ ਲੱਗਿਆ ਪਰਿਵਾਰ ਦੇ ਨਾਲ ਧੋਖਾ ਹੋ ਗਿਆ? ਬਸ ਬੇਈਮਾਨਾਂ ਦਾ ਪਤਾ ਨਹੀਂ ਲੱਗਦਾ ਜੀ, ਕਿਸ ਤਰ੍ਹਾਂ ਬੇਈਮਾਨੀ ਕਰ ਲੈਂਦੇ ਜੀ, ਕੋਈ ਸਮਝੋ ਬਾਹਰ ਹੈ ਜੀ। ਬਾਪੂ ਇਹ 32-33 ਲੱਖ ਕਮਾਉਣਾ ਕਿੰਨਾ ਔਖਾ ਹੈ? ਬਹੁਤ ਮਿਹਨਤ ਕੀਤੀ ਜੀ ਅਸੀਂ, ਪਹਿਲੀ ਠੇਕੇ ਲੈ ਕੇ ਕੁਛ ਸਵਾ ਕਿੱਲਾ ਜ਼ਮੀਨ ਵੇਚੀ ਜੀ, ਤੇ ਬਾਕੀ ਅਸੀਂ 20 ਕਿੱਲੇ ਜ਼ਮੀਨ ਮੈਂ ਠੇਕੇ ਤੇ ਲੈ ਕੇ ਵੇਚਦਾ ਰਿਹਾ ਜੀ। ਇੱਕ ਮੇਰੀ ਡੇਅਰੀ ਸੀ ਜੀ, 15-16 ਮੱਝਾਂ ਸੀ, ਜਿਹਦੇ ਵਿੱਚ ਕੁਛ ਮੱਝਾਂ ਵੇਚੀਆਂ ਜੀ, ਬਹੁਤ ਵਧੀਆ ਹੈ ਜੀ। ਬਸ ਠੱਗਾਂ ਦਾ ਕੋਈ ਪਤਾ ਨਹੀਂ ਲੱਗਦਾ, ਸਮਝੋ ਕੰਮ ਬਾਹਰ ਹੋ ਗਿਆ। ਤੁਹਾਨੂੰ ਏਦਾਂ ਕਦੀ ਲੱਗਿਆ ਕਿ ਦਿਲਪ੍ਰੀਤ ਦੀ ਤੇ ਤੁਹਾਡੇ ਨੂੰਹ ਦੇ ਵਿੱਚ ਕੁਝ ਠੀਕ ਨਹੀਂ ਚੱਲ ਰਿਹਾ? ਨਹੀਂ ਜੀ, ਬਿਲਕੁਲ ਵਧੀਆ ਚੱਲਦਾ ਹੈ। ਜੋ ਕਰਾਇਆ ਜੀ ਲੜਕੀ ਦੀ ਮਾਂ ਨੇ ਕਰਾਇਆ ਜੀ। ਲੜਕੀ ਦੀ ਮਾਂ 'ਚ ਬੇਈਮਾਨੀ ਜ਼ਿਆਦਾ ਆ ਗਈ, ਫਿਰ ਨਾਲ ਹੀ ਬਲਵੀਰ ਸਿੰਘ ਦੇ ਆ ਗਈ, ਸਾਰਿਆਂ ਦੇ ਵਿੱਚ ਹੀ ਬੇਈਮਾਨੀ ਆ ਗਈ ਇੱਕੇ ਦਾਵੇਂ ਜੀ। ਤੁਸੀਂ ਹੱਥ ਜੋੜ ਕੇ ਵੀ ਉਹਨਾਂ ਨੂੰ ਅਪੀਲ ਕੀਤੀ ਸੀ? ਬਿਲਕੁਲ ਜੀ, 2 ਵਾਰ ਗਏ ਜੀ ਉਹਨਾਂ ਦੇ ਪਿੰਡ 'ਚ, ਘਰ ਗਏ ਜੀ, ਉੱਥੇ ਚੁੱਪ ਕਰ ਜਾਂਦੇ ਜੀ, ਬਾਅਦ ਦੇ ਵਿੱਚ ਫਿਰ ਉਹ ਕੁਛ ਜੀ ਬੇਈਮਾਨ। ਕੋਈ ਗੱਲ ਨਹੀਂ, ਅੱਜ ਅਸੀਂ ਕਿਹਾ ਵੀ ਸਾਨੂੰ 10 ਦਿਨ ਦਾ ਟਾਈਮ ਦੇ ਦਿਓ, ਆਂਦੇ ਵੀ ਸਾਨੂੰ 10 ਦਿਨ ਦਾ ਟਾਈਮ ਦੇ ਦਿਓ, ਅਸੀਂ ਲੜਕੀ ਨੂੰ ਸਮਝਾ ਲੈਂਦੇ ਹਾਂ। ਬਸ ਕੋਈ ਸਮਝਾਇਆ ਨਹੀਂ। 10 ਦਿਨਾਂ ਬਾਅਦ ਅਸੀਂ ਫਿਰ ਗਏ ਜੀ ਤੇ ਸਾਨੂੰ ਆਂਦੇ ਵੀ ਨਹੀਂ ਜੀ, ਅਸੀਂ ਨਹੀਂ ਤੁਹਾਡੇ ਨਾਲ ਕੋਈ ਨਾਤਾ ਵੇਤਾ ਰੱਖਣਾ, ਤੁਸੀਂ ਆਪਦੇ ਘਰੇ ਜਿੱਥੇ ਤੁਹਾਡਾ ਜ਼ੋਰ ਲੱਗਦਾ ਆਪਦਾ ਲਾਓ,
ਨਾ ਸਾਡੀ ਕੁੜੀ ਤੁਹਾਡੇ ਘਰੇ ਅੱਜ ਆਵੇ ਨਾ ਕੱਲ ਆਵੇ ਜੀ। ਅਸੀਂ ਇੰਨਾ ਕਹਿ ਕੇ ਫਿਰ ਅਸੀਂ ਚੁੱਪ ਕਰਕੇ ਆ ਗਏ ਜੀ। ਤੁਹਾਡੀ ਕੀ ਮੰਗ ਹੈ? ਤੁਹਾਨੂੰ ਪੈਸੇ ਵਾਪਸ ਚਾਹੀਦੇ ਨੇ ਕਿ ਨੂੰ ਵਾਪਸ ਆਵੇ? ਨੂੰ ਵਾਪਸ ਚਾਹੀਦੀ ਜੀ ਸਾਨੂੰ। ਹਾਂ ਪਰ ਜੇ ਆਉਣਾ ਹੀ ਨਹੀਂ ਚਾਹੁੰਦੇ, ਜੋ ਵਸਣਾ ਹੀ ਨਹੀਂ ਚਾਹੁੰਦੇ? ਨਹੀਂ ਜੀ, ਉੱਥੋਂ ਭਾਵੇਂ ਡਿਪੋਰਟ ਹੋਵੇ ਕੁਛ ਹੋਵੇ ਜੀ, ਅਸੀਂ ਆਨੇ ਵੀ ਬਸ ਆਉਣਾ ਚਾਹੀਦਾ ਜੀ। ਕਿਸੇ ਵੀ ਤਰੀਕੇ ਸਾਨੂੰ ਪੈਸਿਆਂ ਦੀ ਨਹੀਂ ਜੀ। ਫਿਰ ਜੋ ਮੈਂ ਸਾਡਾ ਅਸੀਂ ਰੁਲਦੇ ਫਿਰਦੇ ਆਪੇ ਫਿਰ ਉਹ ਵੀ ਰੁਲੂ ਜੀ। ਫਿਰ ਇਹੋ ਹੀ ਬੇਨਤੀ ਕਰਾਂਗੇ ਅਸੀਂ। ਅਨੇਕਾਂ ਕੁੜੀਆਂ ਠੱਗੀ ਮਾਰ ਕੇ ਪਰਿਵਾਰਾਂ ਨੂੰ ਉਜਾੜ ਕੇ ਉੱਥੇ ਬੈਠੀਆਂ ਹੋਈਆਂ ਨੇ, ਕਿਉਂਕਿ ਉਹਨਾਂ ਨੂੰ ਪਤਾ ਸੀ ਇੰਨੀ ਈਜ਼ੀਲੀ ਇੰਨੇ ਸੌਖੇ ਤਰੀਕੇ ਨਾਲ ਡਿਪੋਰਟ ਨਹੀਂ ਹੋ ਸਕਦੇ। ਤਾਂ ਤੁਸੀਂ ਕਹਿ ਵੀ ਦਿੱਤਾ ਕਿ ਸਾਡੀ ਮੰਗ ਹੈ ਕੁੜੀ ਨੂੰ ਡਿਪੋਰਟ ਕਰੋ, ਤਾਂ ਸਰਕਾਰ ਇਸ ਤਰ੍ਹਾਂ ਡਿਪੋਰਟ ਨਹੀਂ ਕਰੇਗੀ। ਤੁਹਾਨੂੰ ਲੱਗਦਾ ਕਿ ਇਹ ਕਿਤੇ ਨਾ ਕਿਤੇ ਜਿਹੜੀ ਖੁੱਲ੍ਹ ਕੁੜੀਆਂ ਦੇ ਲਈ ਜਿਹੜੇ ਕਾਨੂੰਨ ਬਣੇ ਹੋਏ ਨੇ ਉਹ ਗਲਤ ਨੇ? ਉਹ ਕਿਹੜੇ ਕਾਨੂੰਨ ਬਣੇ, ਉਹ ਕੁੜੀਆਂ ਆਪਦੇ ਲਈ ਗਲਤ ਵਰਤ ਰਹੀਆਂ ਨੇ। ਤੇ ਸਰਕਾਰ ਨੂੰ, ਕੈਨੇਡਾ ਸਰਕਾਰ ਨੂੰ, ਪੰਜਾਬ ਸਰਕਾਰ ਨੂੰ, ਇੰਡੀਆ ਗੌਰਮੈਂਟ ਨੂੰ ਇਹੋ ਕਦਮ ਚੁੱਕਣਾ ਚਾਹੀਦਾ ਕਿ ਕੁੜੀਆਂ ਡਿਪੋਰਟ ਕੀਤੀਆਂ ਜਾਣ। ਕਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਜਾਂ ਜਾਣ ਵਾਲੀਆਂ ਕੁੜੀਆਂ, ਉਹਨਾਂ ਨੂੰ ਇਹ ਕਿ ਇੱਕ ਮਨ 'ਚ ਡਰ ਹੋਵੇ ਜੇ ਅਸੀਂ ਗਲਤ ਕਦਮ ਚੁੱਕਾਂਗੇ ਤੇ ਅਸੀਂ ਇੱਥੋਂ ਡਿਪੋਰਟ ਹੋ ਜਾਵਾਂਗੇ। ਦਿਲਪ੍ਰੀਤ, ਕਦੇ ਸੋਚਿਆ ਸੀਗਾ ਕਿ ਜਿੰਨੇ ਚਾਵਾਂ ਨਾਲ ਵਿਆਹ ਕੇ ਲੈ ਕੇ ਆ ਰਹੇ ਹੋ ਕੁੜੀ ਨੂੰ ਘਰੇ, ਤੁਹਾਡੀ ਚੈਟ ਦੇ ਤੁਸੀਂ ਸਕਰੀਨਸ਼ਾਟ ਹੁਣੇ ਸਾਨੂੰ ਦਿਖਾਏ ਨੇ, ਉਹ ਦੇਖ ਕੇ ਇਦਾਂ ਨਹੀਂ ਲੱਗ ਰਿਹਾ ਕਿ ਕਦੇ ਕੁੜੀ ਦੇ ਮਨ 'ਚ ਇਹ ਵੀ ਆ ਜਾਏਗਾ, ਕਦੇ ਕੁੜੀ ਦੇ ਮਨ 'ਚ ਇਹ ਵੀ ਆਏਗਾ ਕਿ ਮੈਂ ਦਿਲਪ੍ਰੀਤ ਨੂੰ ਬਲੌਕ ਕਰ ਦੇਣਾ? ਨਹੀਂ ਜੀ, ਇੰਨੀ ਵਧੀਆ ਜ਼ਿੰਦਗੀ ਚੱਲਦੀ ਸੀ, ਅਸੀਂ ਤਾਂ ਕਦੀ ਸੋਚਿਆ ਵੀ ਨਹੀਂ ਸੀ। ਉਹ ਤਾਂ ਮੰਮੀ ਪਾਪਾ ਮੇਰੇ ਤੋਂ ਜ਼ਿਆਦਾ ਮੰਮੀ ਡੈਡੀ ਨਾਲ ਬਹੁਤ ਵਧੀਆ ਗੱਲ ਕਰਨੀ। ਜੇ ਕੋਈ ਵੀ ਘਰੇ ਨਾ ਹੁਣ ਆਖਣਾ ਕਿੱਥੇ ਗਿਆ ਹੈ, ਉਹਨੂੰ ਸਪੈਸ਼ਲ ਫੋਨ ਹੀ ਲਾਉਣਾ ਤੇ ਤੁਸੀਂ ਕਦੋਂ ਆਓਗੇ ਘਰੇ। ਕੋਈ ਇਹੋ ਜਿਹੀ ਗੱਲ ਨਹੀਂ। ਇਹ ਮੇਰੀ ਸੱਸ ਕਸ਼ਮੀਰ ਕੌਰ ਨੇ, ਉਹਨਾਂ ਹੀ ਸਾਰਾ ਕੁਝ ਕੀਤਾ ਜੀ। ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਉਹਨਾਂ ਦੇ। ਮੁੰਡਾ ਕਾਫੀ ਡਿਪਰੈਸਡ ਰਿਹਾ ਜਦੋਂ ਕੁੜੀ ਨੇ ਬਲੌਕ ਕਰ ਦਿੱਤਾ। ਬਿਲਕੁਲ ਜੀ। ਵੇਖੋ, ਜਿਹੜਾ ਇੱਕ ਪਰਿਵਾਰ ਜ਼ਿੰਦਗੀ ਬਸਰ ਕਰ ਰਿਹਾ, ਜਦੋਂ ਅਚਾਨਕ ਐਦਾਂ ਦਾ ਮਤਲਬ ਕੋਈ ਹੁੰਦਾ ਹੈ, ਉਦੋਂ ਵੇਖੋ ਜੀ ਇਹ ਤਾਂ ਸੁਭਾਵਿਕ ਹੀ ਆ ਵੀ ਉਦੋਂ ਮਨ ਦੇ ਵਿੱਚ ਇਹ ਚੀਜ਼ ਆ ਜਾਂਦੀ ਵੀ ਮੇਰੇ ਨਾਲ ਬਣਿਆ ਕੀ, ਜਾਂ ਅਸੀਂ ਕਿਸ ਮਿਹਨਤ ਦੇ ਨਾਲ ਕਿਸ ਤਰੀਕੇ ਨਾਲ ਅਸੀਂ ਪੈਸਾ ਇਕੱਠਾ ਕਰਕੇ ਚਾਵਾਂ ਰੀਝਾਂ ਨਾਲ ਵਿਆਹ ਕੀਤਾ ਤੇ ਉਹਨੂੰ ਭੇਜਿਆ, ਤੇ ਮਨ ਦੇ ਵਿੱਚ ਤਾਂ ਸੁਭਾਵਿਕ ਹੀ ਆ ਜੀ ਜਿਹਦੇ ਕਹਿ ਲਈ ਡਿਪਰੈਸ਼ਨ 'ਚ ਜਾਣਾ। ਇਹ ਡਿਪਰੈਸ਼ਨ ਚ ਰਹੇਗਾ? ਬਿਲਕੁਲ ਜੀ, ਬਿਲਕੁਲ। ਕਿੰਨੇ ਸਮੇਂ ਤੋਂ ਡਿਪਰੈਸ਼ਨ ਚ? 2 ਕੁ ਮਹੀਨੇ ਮੈਂ ਮੈਨੂੰ ਸਮਝ ਨਹੀਂ ਲੱਗਦੀ ਮੈਂ ਕਰਾਂ ਤੇ ਕਰਾਂ ਕੀ, ਕਹਿਣ ਨੂੰ ਜਾਵਾਂ ਕੁਛ ਕਰਾਂ। ਅਸੀਂ ਮਿਹਨਤਾਂ ਵੀ ਕੀਤੀਆਂ ਉੱਥੇ ਜਾ ਕੇ ਕਿ ਤੁਸੀਂ ਇੰਝ ਨਾ ਕਰੋ। ਉਹਨਾਂ ਅੱਗੋਂ ਜਵਾਬ ਵੀ ਦਿੱਤੇ, ਕਹਿੰਦੇ ਜਾਓ ਕੁਛ ਕਰ ਲਓ, ਸਾਡੀ ਕੁੜੀ ਪੱਕੇ ਭਾਂਡੇ ਪੈ ਗਈ। ਇਹ ਨਹੀਂ ਸਾਨੂੰ ਸਮਝਾਈ ਕਿਹੜੇ ਪੱਕੇ ਭਾਂਡੇ ਪੈ ਗਈ ਹੈ। ਤੁਸੀਂ ਜੋ ਲੱਗਦਾ ਡਿਪੋਰਟ ਹੁੰਦੀ ਡਿਪੋਰਟ ਕਰਾ ਲਓ, ਕੁਛ ਹੁੰਦਾ ਕੁਛ ਕਰਾ ਲਓ। ਸਾਡੀ ਤਾਂ ਇਹੋ ਮੰਗ ਹੈ ਕੁੜੀ ਡਿਪੋਰਟ ਹੋਣੀ ਕੀ ਚਾਹੀਦੀ। ਸੁਪਨੇ ਦੇਖੇ ਸੀ ਦਿਲਪ੍ਰੀਤ ਵਿਆਹ ਤੋਂ? ਅਸੀਂ ਸੋਚਿਆ ਇਸ ਫੈਮਿਲੀ, ਚਲੋ ਮੰਮੀ ਪਾਪਾ ਦਾ ਤਾਂ ਪਹਿਲਾਂ ਹੀ ਉੱਧਰ, ਸਿਸਟਰ ਵੀ ਉੱਧਰ, ਆਪਦੀ ਵਧੀਆ ਜ਼ਿੰਦਗੀ ਬਤੀਤ ਕਰਾਂਗੇ। ਕੋਈ ਸਾਨੂੰ ਇਹ ਨਹੀਂ ਲਾਲਚ ਕਿ ਮੈਂ ਚੱਲ ਜੂ ਜਾਂ ਮੇਰੇ ਪਿੱਛੋਂ ਮਾਂ ਪਿਓ ਨੂੰ ਸੱਦਣਾ ਪਊਗਾ। ਸੁਪਨੇ ਤਾਂ ਬਹੁਤ ਲੰਮੇ ਸੀ ਪਰ ਉਹਨੇ ਸਾਰਾ ਪਾਣੀ ਫੇਰ ਪਿਆ। ਜਿਨ੍ਹਾਂ ਨੇ ਤੁਹਾਡਾ ਰਿਸ਼ਤਾ ਕਰਾਇਆ ਸੀ ਉਹ ਵੀ ਸਾਡੇ ਨਾਲ ਮੌਜੂਦ ਨੇ, ਤੁਹਾਡਾ ਵਿਚੋਲਾ ਇੱਥੇ ਬੈਠਾ ਹੋਇਆ ਹੈ। ਸਿੰਘ ਸਾਹਿਬ, ਤੁਹਾਨੂੰ ਪਤਾ ਸੀਗਾ ਪਰਿਵਾਰ ਦੀ ਨੀਅਤ ਦਾ? ਨਹੀਂ ਜੀ, ਨੀਤ ਦਾ ਪਤਾ ਹੁੰਦਾ ਤੇ ਫਿਰ ਅਸੀਂ ਰਿਸ਼ਤੇ ਦੇ ਵਿੱਚ ਵੜਦੇ। ਸਾਡੇ ਵੱਲ ਤਾਂ ਅਸੀਂ ਤਾਂ ਚੰਗਾ ਪਰਿਵਾਰ ਸੀ, ਗੁਆਂਢ ਹੈਗਾ ਸੀ, ਭਤੀਜਾ ਹੀ ਲੱਗਦਾ ਸ਼ਰੀਕੇ 'ਚੋਂ ਜਿਹਦੀ ਲੜਕੀ ਸੀ। ਅੱਛਾ ਜੀ। ਤੇ ਇੱਧਰ ਵੀ ਰਿਸ਼ਤੇਦਾਰ, ਇਹ ਵੀ ਮੇਰਾ ਮਾਮੇ ਦਾ ਪੋਤਰਾ ਸੀ। ਤੇ ਅਸੀਂ ਤਾਂ ਰਿਸ਼ਤੇਦਾਰੀ ਜੀ ਕਰਾਤਾ ਵੀ ਚਲੋ ਖਰਚਾ ਇਹ ਲਾ ਦੇਣਗੇ, ਤੇ ਉਹ ਵੀ ਘਰ ਗਰੀਬ ਹੈ ਤੇ ਚਲ ਕੁੜੀ ਉਹਨਾਂ ਮੈਨੂੰ ਦੀ। ਲੱਗਦਾ ਕੁੜੀ ਵਾਲਿਆਂ ਨੂੰ ਤਾਂ ਅਹਿਸਾਨਮੰਦ ਰਹਿਣਾ ਚਾਹੀਦਾ ਸੀ ਕਿ ਮੁੰਡੇ ਵਾਲਿਆਂ ਨੇ ਤੇਲਾ ਨਹੀਂ ਲਵਾਇਆ ਉਹਨਾਂ ਉਹ ਤਾਂ ਜੀ ਸਾਡੇ ਨਾਲ ਵੀ ਉਦੋਂ ਨਾਲ ਜਦੋਂ ਜਿੱਦਣ ਤੇ ਇੱਧਰ ਕੀਤਾ, ਸਾਡੇ ਨਾਲ ਤਾਂ ਦੁਸ਼ਮਣੀਆਂ, ਸਾਡੇ ਤਾਂ ਪਰਚੇ ਕਰਾਉਂਦੇ ਫਿਰਦੇ। ਅੱਛਾ। ਸਾਡੇ ਵੀ ਇਹ ਵਿਚੋਲੇ ਨੇ ਇਹ ਕੰਮ, ਵਿਚੋਲਾ ਪਿਛਾੜ ਜੇ, ਵਿਚੋਲੇ ਨੂੰ ਕਿਸ ਤਰ੍ਹਾਂ ਫਸਾਈਏ। ਤੁਹਾਡੀਆਂ ਅੱਖਾਂ 'ਚ ਹੰਝੂ ਕਿਉਂ ਨੇ? ਅੰਜੂ ਤਾਂ ਦੁੱਖ ਆਉਂਦਾ, ਇੱਕ ਮੁੰਡੇ ਦੀ ਜ਼ਿੰਦਗੀ ਖਰਾਬ ਹੋ ਗਈ। ਚਲੋ ਅਸੀਂ ਤਾਂ ਪਛਤਾਉਣੇ ਵੀ ਜੇ ਨਾ ਹਿੱਸਾ ਕਰਾਉਂਦੇ। ਖਰੇ ਇਸ ਗੱਲ 'ਚ ਰਿਸ਼ਤੇਦਾਰੀ ਦਾ ਫਿਕਰ ਸਾਡੇ ਪੈਂਦਾ। ਪਰ ਚਲੋ ਤੁਹਾਡੀ ਕੋਈ ਗਲਤੀ ਨਹੀਂ ਹੈ ਸਿੰਘ ਸਾਹਿਬ, ਉਹਦੇ ਗਲਤੀ ਮਨ ਤਾਂ 'ਚ ਨਹੀਂ ਹੈ ਪਰ ਦਿਲ 'ਚ ਤਾਂ ਦੁੱਖ ਆਉਂਦਾ। ਕੀਤਾ ਚੰਗਾ ਹੋ ਗਿਆ ਮਾੜਾ ਕੀਤਾ, ਉਹਦੀ ਮਾਂ ਤੇ ਪਿਓ ਨੇ ਸਾਰਾ ਕੁਝ ਕੁੜੀ ਨੂੰ ਉਹਨਾਂ ਨੇ ਸਿਖਾਇਆ ਵੀ ਮੁੰਡਾ ਹੁਣ ਪੈਸੇ ਇੱਧਰ ਲੱਗ ਗਿਆ, ਕੁੜੀ ਆਪਣੀ ਉੱਥੇ ਚਲੀ ਗਈ ਹੈ, ਤੇ ਜੋ ਵੀ ਕਰੀਏ ਤੇ ਆਪਾਂ ਪੈਸੇ ਹੋਰ ਕਿਤੇ ਵਿਆਹ ਕੇ ਪੈਸੇ ਜ਼ਿਆਦਾ ਲੈ ਲਾਂਗੇ, ਫਿਰ ਕੰਮ ਕਿਸੇ ਠੱਗੀ ਵਾਲਾ ਧੰਦਾ ਬਣਾ ਲਿਆ। ਧੰਦਾ ਬਣਾ ਲਿਆ। ਜੋ ਕੋਈ ਮਾਂ ਪਿਓ ਹੈ, ਸਭ ਤੋਂ ਵੱਡੇ ਮੋਢੀ ਮਾਂ ਪਿਓ। ਇਹ ਵਿਆਹ ਨਾ ਰਹਿ ਕੇ ਹੁਣ ਸੌਦੇ ਬਣ ਗਏ ਨੇ। ਸੌਦੇ ਬਣ ਗਏ। ਕੀ ਸੇਧ ਮਿਲੇਗੀ ਸਾਡੀ ਨੌਜਵਾਨ ਪੀੜ੍ਹੀ ਨੂੰ? ਬੱਚਿਆਂ ਨੂੰ ਕੀ ਸੇਧ ਦੇ ਰਹੇ ਹਾਂ? ਸੇਧ ਕੀ, ਜਦੋਂ ਮਾਪੇ ਹੀ ਮਾੜੇ ਹੋ ਗਏ ਸੇਧ ਕੀ ਦੇਣਗੇ? ਮਾਪਿਆਂ ਤੋਂ ਮਾਪਿਆਂ ਹੀ ਸਮਝਾਉਣਾ ਨਾ ਬੱਚਿਆਂ ਨੂੰ ਇਹ ਮਾੜੀਆਂ ਨੀਤੀਆਂ ਨਾ ਕਰੋ। ਬੱਚੇ ਜੇ ਗਲਤੀ ਕਰਦਾ ਤਾਂ ਬੱਚੇ ਨੂੰ ਸਮਝਾਉਣ ਦਾ ਮਾਂ ਪਿਓ ਦਾ ਹੱਕ ਹੈ। ਤੇ ਜੇ ਮਾਂ ਪਿਓ ਹੀ ਬੇਈਮਾਨ ਹੋ ਜਾਏ ਵੀ ਮੈਂ ਇਹਨੂੰ ਪੈਸੇ ਲੈ ਲਾਂ, ਗਾਂ ਵੇਚ ਲਾਂ ਕੁੜੀ ਦਾ, ਤਾਂ ਕੀ ਕਰੇ? ਕੁੜੀ ਦਾ ਪਰਿਵਾਰ ਜਿੱਥੇ ਪਹਿਲਾਂ ਰਹਿੰਦਾ ਸੀ ਉੱਥੇ ਹੁਣ ਨਹੀਂ ਹੈਗਾ। ਉਹ ਹੈ ਨਹੀਂ ਕਿ ਕਰੇ। ਜ਼ਮੀਨ ਵੀ ਵੇਚ ਗਿਆ, ਘਰ ਵੀ ਵੇਚ ਗਿਆ। ਅੱਛਾ, ਕਿਤੇ ਹੋਰ ਚਲੇ ਗਏ ਨੇ? ਹੋਰ ਚਲੇ ਗਿਆ। ਨੰਬਰ ਉਹਨਾਂ ਨੇ ਬਦਲ ਲਏ। ਉਹ ਨੰਬਰ ਜਦੋਂ ਸਾਨੂੰ ਸੰਪਰਕ ਹੀ ਕਰਨਾ ਛੱਡਦਾ, ਸਾਨੂੰ ਨੰਬਰਾਂ ਦਾ ਕੀ ਪਤਾ ਲੱਗਾ? ਸਾਨੂੰ ਤਾਂ ਵੇਖ ਕੇ ਆਉਂਦੇ ਨੇ ਵੀ ਕਿੱਥੇ ਤੁਰੇ ਕਿਉਂ ਫਿਰਦੇ ਆ।
ਸਾਡੇ ਨਾਲ ਤਾਂ ਬਹੁਤ ਜ਼ਿਆਦਾ ਉਦੋਂ ਦਾ ਪਿੱਛੋਂ ਇਹਨਾਂ ਨਾਲ ਬਲੌਕ ਕੀਤਾ ਹੈ ਨਾ ਸਾਰਾ ਕੁਝ, ਉਦੋਂ ਬਾਅਦ ਸਾਡੇ ਨਾਲ ਨਹੀਂ ਉਹਨਾਂ ਨੇ ਕੋਈ ਕਲਾਮ ਕੀਤਾ। ਸਾਡੇ ਤਾਂ ਪਰਚੇ ਕਰਾਉਣ ਤੇ ਜ਼ੋਰ ਲਾਇਆ, ਉਹ ਨਹੀਂ ਹੋਇਆ ਤੇ ਚਲੋ ਵੱਖਰੀ ਗੱਲ। ਵਿਚੋਲੇ ਦੀਆਂ ਅੱਖਾਂ ਦੇ ਹੰਝੂ ਦੱਸ ਰਹੇ ਨੇ। ਵੇਖੋ ਜੀ, ਜਦੋਂ ਕੋਈ ਵੀ ਭੈਣ ਭਰਾ ਰਿਸ਼ਤਾ ਜੋੜਦਾ ਹੈ ਨਾ ਜੀ, ਉਹ ਚੰਗੇ ਨੂੰ ਜੋੜਦਾ ਹੈ ਵੀ ਮੈਨੂੰ ਸ਼ਾਬਾਸ਼ੇ ਮਿਲੇ। ਪਰ ਜਦੋਂ ਐਦਾਂ ਦਾ ਕੋਈ ਘਟਨਾ ਵਾਪਰਦੀ ਹੈ ਨਾ, ਤੇ ਵਿਚੋਲਾ ਜਿੱਦਾਂ ਕਹਿ ਲਈਏ ਵੀ ਉਸ ਚੀਜ਼ ਦਾ ਮਹਿਸੂਸ ਹੁੰਦਾ ਵੀ ਉਹ ਲੜਕੇ ਵਾਲੇ ਵੀ ਆਂਦੇ ਵੀ ਸਾਨੂੰ ਕਿਹੋ ਜਿਹਾ ਲੜਕੀ ਵਾਲਾ ਘਰ, ਸਾਡਾ ਘਰ ਜਾੜ ਦਿੱਤਾ। ਤੇ ਵਿਚੋਲਾ ਜਿੱਦਾਂ ਕਹਿ ਲਈਏ ਵੀ ਦੋਵੇਂ ਬੰਨਿਓ ਹੀ ਉਹਨਾਂ ਦਾ ਮਾਰੀ ਠੱਗੀ, ਉਸ ਬੰਨਿਓ ਤੇ ਇਦਾਂ ਦੁਖੀ ਹੈ ਤੇ ਇਧਰੋਂ ਜਿੱਦਾਂ ਰਿਸ਼ਤਾ ਕਰਾਇਆ, ਇਹ ਵੀ ਮਨ ਭਰਦਾ ਹੈ ਵੀ ਮੈਂ ਉਹਨਾਂ ਵਿਚਾਰਿਆਂ ਨੇ ਮਿਹਨਤ ਦੇ ਨਾਲ ਪੈਸਾ ਇਕੱਠਾ ਕੀਤਾ ਤੇ ਮੈਂ ਇਹਨਾਂ ਬਰਬਾਦ ਕਰ ਦਿੱਤਾ ਲੜਕੀ ਵਾਲਿਆਂ। ਇਸ ਚੀਜ਼ ਦਾ ਦੁੱਖ ਤਾਂ ਕਿਤੇ ਨਾ ਕਿਤੇ ਘੋਣ ਵਾਂਗੂ ਖਾਂਦਾ ਹੈ। ਦਿਲਪ੍ਰੀਤ, ਤੁਸੀਂ ਕੀ ਚਾਹੁੰਦੇ ਹੋ, ਕੀ ਮੰਗ ਹੈ ਤੁਹਾਡੀ? ਤੁਹਾਨੂੰ ਪੈਸਾ ਵਾਪਸ ਚਾਹੀਦਾ ਹੈ ਜਾਂ ਤੁਹਾਨੂੰ ਤੁਹਾਡੀ ਘਰ ਵਾਲੀ ਵਾਪਸ ਚਾਹੀਦੀ ਹੈ? ਮੈਂ ਤਾਂ ਕਹਿੰਦਾ ਜੀ ਪਹਿਲੇ ਨੰਬਰ ਤੇ ਸਾਨੂੰ ਮੈਨੂੰ ਘਰ ਵਾਲੀ ਚਾਹੀਦੀ ਹੈ। ਜੇ ਉਹ ਨਹੀਂ ਹੋਣਾ ਚਾਹੁੰਦੀ ਤੇ ਉਹਨੂੰ ਡਿਪੋਰਟ ਦਾ ਕੀਤਾ ਜਾਵੇ। ਕਿਵੇਂ ਸਰਕਾਰ ਉਧਰਲੀ ਨੂੰ ਮੇਰੀ ਬੇਨਤੀ ਹੈ ਕਹਿਣਾ, ਪੈਸੇ ਨਹੀਂ ਚਾਹੀਦੇ ਆਪਾਂ? ਮੈਨੂੰ ਪੈਸੇ ਦੀ ਕੋਈ ਲੋੜ ਨਹੀਂ ਹੈ। ਪਰ ਪੈਸੇ ਪਾਈ ਕਰਕੇ ਜੋੜੇ ਸੀ ਪਿਤਾ ਜੀ ਨੇ, ਡੰਗਰ ਵੀ ਵੇਚਤੇ, ਜ਼ਮੀਨ ਵੀ ਵੇਚਤੀ। ਉਹ ਤਾਂ ਹੈ ਨਾ, ਫਿਰ ਉਹਨੂੰ ਵੀ ਇਨਸਾਫ ਮਿਲਣਾ ਚਾਹੀਦਾ। ਇੱਥੇ ਆਣ ਕੇ ਪਤਾ ਲੱਗੇ, ਉੱਥੇ ਜੋ ਵੀ ਕੁਝ ਕਰਦੀ ਨੂੰ ਪਤਾ ਲੱਗੇ ਕਿ ਇੱਥੇ ਕਿਵੇਂ ਉਹਨੇ ਕੁਝ ਕੀਤਾ, ਜੋ ਸਾਰਾ ਕੁਝ ਕਿਵੇਂ ਹੋ ਰਿਹਾ ਇੱਥੇ। ਜਿਵੇਂ ਇੱਥੋਂ ਦੀ ਜ਼ਿੰਦਗੀ ਕੀ, ਉੱਥੇ ਕੈਨੇਡਾ ਜ਼ਿੰਦਗੀ ਬਹੁਤ ਹੋਰ ਆ, ਮੰਨਦੇ ਇਸ ਗੱਲ ਨੂੰ, ਪਰ ਕਿਸੇ ਨੂੰ ਧੋਖਾ ਦੇਣਾ ਸਭ ਤੋਂ ਵੱਡੀ ਗੱਲ ਹੈ ਜੀ। ਤੇ ਬਸ ਮੈਨੂੰ ਇਹੋ ਹੀ ਚਾਹੀਦਾ, ਡਿਪੋਰਟ ਹੋਣੀ ਚਾਹੀਦੀ, ਉਹ ਕਿਸੇ ਤਰ੍ਹਾਂ ਵੀ ਮਰਜ਼ੀ। ਤਾਂ ਅਸੀਂ ਸਰਕਾਰਾਂ ਅੱਗੇ ਅਪੀਲ ਕਰਦੇ ਹਾਂ ਕਿ ਅਨੇਕਾਂ ਪਰਿਵਾਰ ਅੱਗੇ ਆ ਰਹੇ ਨੇ, ਅਣਗਿਣਤ ਪਰਿਵਾਰ ਨੇ, ਉਂਗਲਾਂ ਤੇ ਤੁਸੀਂ ਗਿਣ ਨਹੀਂ ਸਕਦੇ ਕਿ ਇੱਕੋ ਦਿਨ ਦੇ ਵਿੱਚ ਕਿੰਨੇ ਮਾਮਲੇ ਸਾਡੇ ਨੋਟਿਸ ਦੇ ਵਿੱਚ ਆਉਂਦੇ ਨੇ। ਇੱਕ ਦਿਨ ਦੇ ਵਿੱਚ ਇਹ 7ਵਾਂ 8ਵਾਂ ਮਾਮਲਾ ਹੈ, 7ਵਾਂ 8ਵਾਂ ਪਰਿਵਾਰ ਹੈ ਜਿਨ੍ਹਾਂ ਨੇ ਸਾਨੂੰ ਅਪਰੋਚ ਕੀਤਾ ਹੈ। ਤਾਂ ਜੇ 24 ਘੰਟਿਆਂ ਦੇ ਵਿੱਚ ਸਾਡੇ ਤੱਕ ਇੰਨੇ ਮਾਮਲੇ ਪਹੁੰਚ ਰਹੇ ਨੇ, ਤਾਂ ਅਸਲ ਦੇ ਵਿੱਚ ਜਿਹੜੀ ਗਰਾਊਂਡ ਰਿਐਲਿਟੀ ਹੈ, ਅਸਲ ਦੇ ਵਿੱਚ ਕਿੰਨੇ ਪਰਿਵਾਰ ਹੋਣਗੇ? ਸੈਂਕੜੇ, ਹਜ਼ਾਰਾਂ ਜਾਂ ਲੱਖਾਂ ਪਰਿਵਾਰ ਹੋਣਗੇ ਜਿਨ੍ਹਾਂ ਦੇ ਨਾਲ ਠੱਗੀਆਂ ਹੋਈਆਂ ਨੇ। ਵਿਦੇਸ਼ ਜਾਣ ਦੇ ਨਾਮ ਤੇ ਕੈਨੇਡਾ ਜਾਣ ਦਾ ਸੁਪਨਾ ਦੇਖਣਾ ਅੱਜ ਕਿੰਨਾ ਭਾਰੀ ਪੈ ਰਿਹਾ ਪਰਿਵਾਰਾਂ ਨੂੰ, ਇਹ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ। 32-33 ਲੱਖ ਗਵਾ ਦਿੱਤਾ ਹੈ, ਜ਼ਮੀਨ ਗਵਾ ਦਿੱਤੀ ਹੈ, ਪਸ਼ੂ ਗਵਾ ਦਿੱਤੇ ਨੇ, ਨੂੰਹ ਨੇ ਉੱਥੇ ਜਾ ਕੇ ਬਲੌਕ ਕਰ ਦਿੱਤਾ ਹੈ। ਘਰ ਦੀ ਇੱਜ਼ਤ ਵੱਖਰੀ ਜਿਹੜੀ ਹੈ, ਜਿਹਨੂੰ ਇੱਜ਼ਤ ਨੂੰ 4 ਚੰਨ ਲੱਗਣੇ ਚਾਹੀਦੇ ਸੀ, ਉਹ ਇੱਜ਼ਤ ਵੀ ਅੱਜ ਸ਼ਾਇਦ ਗਵਾਂਢ ਵੀ 4 ਗੱਲਾਂ ਕਰਦੇ ਹੋਣੇ ਨੇ, ਮਖੌਲ ਉਡਾਉਂਦੇ ਹੋਣੇ ਨੇ, ਜੋ ਇਸ ਨੌਜਵਾਨ ਦੇ ਨਾਲ ਹੋਇਆ। ਤਾਂ ਬੱਚਾ ਵੀ ਜਿਹੜਾ ਇਕਲੌਤਾ ਪੁੱਤਰ ਹੈ, ਉਹ ਵੀ ਡਿਪਰੈਸ਼ਨ ਦੇ ਵਿੱਚ ਰਿਹਾ। ਤਾਂ ਇਹ ਕੀ ਹੋ ਰਿਹਾ, ਕਿੱਥੇ ਨੂੰ ਜਾ ਰਿਹਾ ਸਾਡਾ ਸੋਹਣਾ ਪੰਜਾਬ, ਪੰਜਾਬ ਦੇ ਬੱਚੇ, ਪੰਜਾਬ ਦੀ ਨੌਜਵਾਨ ਪੀੜ੍ਹੀ? ਮਾਂ-ਬਾਪ ਜਿਨ੍ਹਾਂ ਤੇ ਇਲਜ਼ਾਮ ਲੱਗ ਰਹੇ ਨੇ, ਕੁੜੀ ਦੇ ਪਰਿਵਾਰ ਤੇ ਅਨੇਕਾਂ ਇਲਜ਼ਾਮ ਲੱਗ ਰਹੇ ਨੇ। ਤਾਂ ਮਾਵਾਂ ਜਿਹੜੀਆਂ ਨੇ ਆਪਣੀ ਧੀਆਂ ਨੂੰ ਹਮੇਸ਼ਾ ਵਸਣ ਦੀ ਸੇਧ ਦੇਖ ਕੇ, ਵਸਣ ਆਪਣੇ ਸਹੁਰੇ ਜਾ ਕੇ ਵਸੀ, ਆਪਣੇ ਸਹੁਰੇ ਜਾ ਕੇ ਕਦੇ ਵੀ ਮਾਂ-ਬਾਪ ਦਾ ਨਾਮ ਨਾ ਖਰਾਬ ਹੋਣ ਦੇਈ, ਮਾਂ-ਬਾਪ ਦਾ ਨਾਮ ਰੌਸ਼ਨ ਕਰੀ। ਅਜਿਹੀ ਸਿੱਖਿਆ ਦੇ ਕੇ ਮਾਵਾਂ ਘਰੋਂ ਧੀਆਂ ਨੂੰ ਤੋਰਦੀਆਂ ਹੁੰਦੀਆਂ ਸੀ, ਪਰ ਮਾਵਾਂ ਘਰ ਖਰਾਬ ਕਰ ਰਹੀਆਂ ਨੇ। ਇਸ ਮਾਂ ਨੇ ਘਰ ਖਰਾਬ ਕੀਤਾ, ਇਲਜ਼ਾਮ ਪਰਿਵਾਰ ਲਗਾ ਰਿਹਾ ਹੈ। ਤਾਂ ਅਜਿਹਾ ਕਿਉਂ ਹੋ ਰਿਹਾ ਹੈ, ਸਮਝ ਤੋਂ ਬਾਹਰ ਹੈ। ਪਰ ਸਰਕਾਰਾਂ ਜ਼ਰੂਰ ਦਖਲ ਦੇਣ ਇਹਨਾਂ ਮਾਮਲਿਆਂ ਦੇ ਵਿੱਚ, ਤੇ ਉਮੀਦ ਕਰਦੇ ਹਾਂ ਕਿ ਹਰ ਉਸ ਪਰਿਵਾਰ ਨੂੰ ਇਨਸਾਫ ਮਿਲੇ ਜਿਨ੍ਹਾਂ ਦੀ ਇੱਜ਼ਤ ਵੀ ਗਈ, ਜਿਨ੍ਹਾਂ ਦੀ ਜ਼ਮੀਨ ਵੀ ਗਈ ਤੇ ਜਿਨ੍ਹਾਂ ਦੇ ਪੈਸੇ ਵੀ ਗਏ ਨੇ। ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਸੁਮਨ ਜੇਟਲੀ, ਡੇਲੀ ਪੋਸਟ ਪੰਜਾਬੀ।